TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ ਉਹਨਾਂ ਦੇ ਉੱਤੇ ਨਜ਼ਰ ਮਾਰੀਏ। ਸਰੀ ਵਿੱਚ ਇੱਕ ਪੰਜਾਬੀ ਵਿਅਕਤੀ ਦਾ ਹੋਇਆ ਕਤਲ। ਪੰਜਾਬ ਵਿੱਚ ਕਮਲ ਦੇ ਫੁੱਲ ਨੂੰ ਲੱਗਿਆ ਸੇਕ। ਨਰਿੰਦਰ ਤੋਮਰ ਨੇ ਭਾਜਪਾ ਦੀ ਹਾਰ ਦਾ ਕਾਰਨ ਦੱਸਿਆ ਕੁਝ ਹੋਰ। ਟੂਲ ਕਿਟ ਬਨਾਮ ਦੇਸ਼ ਧਰੋ, ਇਸ ਮਾਮਲੇ ਤੇ ਵੀ ਕਰਾਂਗੇ ਗੱਲ। ਪਾਕਿਸਤਾਨ ਜਾਣ ਵਾਲੇ ਜੱਥੇ ਨੂੰ ਕੇਂਦਰ ਦੇ ਰੋਕਣ ਦੇ ਫੈਸਲੇ ਦੇ ਉੱਤੇ ਤਿੱਖਾ ਹੋਇਆ ਪ੍ਰਤੀਕਰਮ। ਸ਼ਬਨਮ ਮੁੜ ਕਰੇਗੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ। ਸ਼ਬਨਮ ਦੇ ਪੁੱਤਰ ਨੇ ਵੀ ਕੀਤੀ ਰਾਸ਼ਟਰਪਤੀ ਨੂੰ ਅਪੀਲ। ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਗਗੋਈ ਖਿਲਾਫ ਚੱਲ ਰਹੀ ਜਾਂਚ ਅਤੇ ਕੇਸ ਕੀਤਾ ਗਿਆ ਬੰਦ। ਫਰੀਦਕੋਟ ਵਿੱਚ ਕਾਂਗਰਸੀ ਆਗੂ ਦੀ ਦਿਨ ਦਿਹਾੜੇ ਹੱਤਿਆ। ਦਿੱਲੀ ਮੋਰਚੇ ਤੋਂ ਪਰਤੇ ਦੌਣ ਕਲਾਂ ਦੇ ਇੱਕ ਹੋਰ ਕਿਸਾਨ ਦੀ ਹੋਈ ਮੌਤ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਸਹਿਤ ਚਰਚਾ ਕਰਨੀ ਚਾਹਾਂਗਾ। ਇਸ ਤੋਂ ਪਹਿਲਾਂ ਕਿ ਇਕੱਲੀ ਖਬਰ ਦੀ ਪੜਚੋਲ ਕੀਤੀ ਜਾਵੇ, ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਮਲ ਦੇ ਫੁੱਲ ਨੂੰ ਕਿੰਨਾ ਕੁ ਸੇਕ ਲੱਗਿਆ, ਇਹਦੀ ਬੀਤੇ 2 ਦਿਨ ਤੋਂ ਚਰਚਾ ਤਾਂ ਕਰਦਾ ਆ ਰਿਹਾ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਤੇ ਨਰਿੰਦਰ ਸਿੰਘ ਤੋਮਰ ਹੋਰਾਂ ਦਾ ਇੱਕ ਬਿਆਨ ਆਇਆ। ਉਸ ਬਿਆਨ ਦੇ ਉੱਤੇ ਅੱਜ ਮੈਂ ਪੜਚੋਲ ਕਰਨੀ ਚਾਹੁੰਦਾ, ਕਿਉਂਕਿ ਨਗਰ ਨਿਗਮ ਚੋਣਾਂ ਹੋ ਗਈਆਂ ਨੇ। ਭਾਜਪਾ ਨੂੰ ਸ਼ਾਇਦ ਜਿਹੜੀ ਆਸ ਹੋਣੀ ਆ, ਉਮੀਦ ਹੋਣੀ ਆ, ਉਹਦੇ ਤੋਂ ਬਿਲਕੁਲ ਉਲਟ ਤਸਵੀਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਹਾਰ ਨਹੀਂ, ਪੰਜਾਬ ਦੇ ਵਿੱਚ ਇਹਨਾਂ ਚੋਣਾਂ ਵਿੱਚ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ। ਪਰ ਕਰਾਰੀ ਹਾਰ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰੀ ਕਹਿੰਦੇ ਨੇ ਕਿ ਕਿਸਾਨ ਅੰਦੋਲਨ ਦੇ ਨਾਲ ਇਹਨਾਂ ਨਤੀਜਿਆਂ ਨੂੰ ਜੋੜਨਾ ਸਰਾਸਰ ਗਲਤ ਹੈ। ਉਹ ਕਹਿੰਦੇ ਅਸੀਂ ਪੰਜਾਬ ਵਿੱਚ ਕਮਜ਼ੋਰ ਸੀ। ਆਹ ਦੇਖੋ, ਪਹਿਲੀ ਵਾਰੀ ਮੰਨਿਆ ਕਿ ਅਸੀਂ ਪੰਜਾਬ ਦੇ ਵਿੱਚ ਕਮਜ਼ੋਰ ਸੀ ਤੇ ਅਸੀਂ ਇਹਦੇ ਤੋਂ ਪਹਿਲਾਂ ਅਕਾਲੀ ਦਲ ਨਾਲ ਗੱਠਜੋੜ ਵਿੱਚ ਹੋਇਆ ਕਰਦੇ ਸੀ, ਪਰ ਇਸ ਵਾਰ ਅਸੀਂ ਵੱਖਰੇ ਹੋ ਕੇ ਚੋਣ ਲੜੀ ਹੈ, ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਇਆ। ਇਸ ਕਿਸਾਨ ਅੰਦੋਲਨ ਦਾ ਇਹਨਾਂ ਚੋਣਾਂ ਤੇ ਕੋਈ ਅਸਰ ਨਹੀਂ। ਇਹ ਤੇ ਗੱਲ ਉਹੀ ਹੋ ਗਈ ਕਿ ਡਿੱਗੇ ਖੱਡੇ 'ਚ ਕਹਿੰਦੇ ਯਾਰਾਂ ਦਾ ਮਕਾਨ ਹੀ ਇਹੋ ਹੀ ਹੈ, ਤੇ ਹੁਣ ਆਖਣ ਲੱਗ ਪਏ ਨੇ ਕਿ ਅਸੀਂ ਕਮਜ਼ੋਰ ਸੀ। ਪਰ ਅਸਲੀਅਤ ਕੀ ਹੈ? ਥੋੜੀ ਬਹੁਤ ਨਜ਼ਰ ਆਪਾਂ ਤਾਂ ਮਾਰ ਸਕਦੇ ਹਾਂ, ਜੇਕਰ ਤੋਮਰ ਹੋਰੀ ਨਹੀਂ ਮਾਰ ਸਕਦੇ। ਪੰਜਾਬ ਦੇ ਵਿੱਚ ਭਾਜਪਾ ਨੂੰ ਇਹਨਾਂ ਖੇਤੀ ਕਾਨੂੰਨਾਂ ਦਾ ਹੀ ਸੇਕ ਲੱਗਿਆ, ਤੇ ਹੋਰ ਕੀ ਹੋਇਆ? ਭਾਜਪਾ ਦੇ ਬਹੁਤੇ ਉਮੀਦਵਾਰ ਉਹ ਨੇ ਜਿਹੜੇ ਨੋਟਾਂ ਤੋਂ ਪਿੱਛੇ ਰਹਿ ਗਏ। ਲਗਭਗ 1.5 ਦਰਜਨ ਦੇ ਕਰੀਬ ਨਗਰ ਕੌਂਸਲਾਂ ਦੇ ਵਿੱਚ ਭਾਜਪਾ ਦੇ ਔਸਤਨ ਇੱਕਾ ਦੁੱਕਾ ਉਮੀਦਵਾਰ ਨੋਟਾਂ ਤੋਂ ਵੀ ਪਛੜੇ ਹੈ। ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ 2 ਦੇ ਵਿੱਚ ਭਾਜਪਾ ਦੇ ਉਮੀਦਵਾਰ ਰਾਜੂ ਨੂੰ 9 ਵੋਟਾਂ, ਜਦੋਂ ਕਿ ਨੋਟਾਂ ਨੂੰ 15 ਵੋਟਾਂ। ਇਸੇ ਤਰ੍ਹਾਂ ਵਾਰਡ ਨੰਬਰ 23 ਦੇ ਵਿੱਚ ਨੋਟਾਂ ਨਾਲੋਂ ਭਾਜਪਾ ਉਮੀਦਵਾਰ ਸਿਰਫ 2 ਵੋਟਾਂ ਨਾਲ ਅੱਗੇ ਰਿਹਾ। ਪੰਜਾਬ ਦੇ ਵਿੱਚ ਭਾਜਪਾ ਨੂੰ ਸਿਰਫ 47 ਵਾਰਡਾਂ ਦੇ ਵਿੱਚ ਜਿੱਤ ਹਾਸਲ ਹੋਈ ਹੈ। ਪੰਜਾਬ ਦੇ 10 ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਜਿੱਥੇ ਭਾਜਪਾ ਆਪਣਾ ਖਾਤਾ ਤੱਕ ਨਹੀਂ ਖੋਲ ਸਕੀ। ਹਾਲੇ 117 ਤੇ ਚੋਣਾਂ ਲੜਨੀਆਂ ਨੇ ਇਹਨਾਂ ਨੇ। 10 ਜ਼ਿਲ੍ਹਿਆਂ ਦੇ ਵਿੱਚ ਭਾਜਪਾ ਦਾ ਖਾਤਾ ਨਹੀਂ ਖੁੱਲ ਸਕਿਆ। ਜਿਹੜੇ ਜ਼ਿਲ੍ਹਿਆਂ ਦੇ ਵਿੱਚ ਖਾਤਾ ਨਹੀਂ ਖੁੱਲਿਆ ਉਹਨਾਂ 'ਚ ਬਠਿੰਡਾ ਵੀ ਹੈ, ਅੰਮ੍ਰਿਤਸਰ ਹੈ, ਬਰਨਾਲਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਮਾਨਸਾ, ਮੋਗਾ ਤੇ ਤਰਨਤਾਰਨ। ਭਾਜਪਾ ਨੂੰ ਜ਼ਿਲ੍ਹਾ ਫਰੀਦਕੋਟ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਤੇ ਨਾਲ ਮੁਕਤਸਰ ਦੇ ਵਿੱਚ ਸਿਰਫ ਇੱਕ ਸੀਟ ਮਿਲੀ ਹੈ। ਹਾਲੇ ਇਹਨਾਂ ਨੇ 117 ਤੇ ਚੋਣ ਲੜਨੀ ਹੈ। ਦੱਸਣਾ ਬਣਦਾ ਹੈ ਕਿ ਅਗਲੀ ਵਿਧਾਨ ਸਭਾ ਚੋਣਾਂ ਵਾਸਤੇ ਕਮਰ ਕੱਸੇ ਕਰੀ ਫਿਰਦੇ ਆ, ਕਹਿੰਦੇ ਲੰਗੋਟੇ ਅਸੀਂ ਲਾਈ ਫਿਰਦੇ ਹਾਂ। 117 ਦੀਆਂ 117 ਸੀਟਾਂ ਤੋਂ ਕਹਿੰਦੇ ਅਸੀਂ ਉਮੀਦਵਾਰ ਖੜੇ ਕਰਨੇ ਆ। ਇਸ ਗੱਲ ਦਾ ਐਲਾਨ ਭਾਜਪਾ ਆਲਰੇਡੀ ਕਰ ਚੁੱਕੀ ਹੈ। ਪਰ ਜੇਕਰ ਨਜ਼ਰ ਮਾਰਦੇ ਆ ਤਾਂ ਪਤਾ ਲੱਗਦਾ ਹੈ ਕਿ ਨਗਰ ਕੌਂਸਲ ਦੇ ਵਿੱਚ ਭਾਜਪਾ ਦਾ ਹਾਲ ਕੀ ਹੋਇਆ। ਕਿਤੋਂ ਇੱਕ ਕੌਂਸਲਰ ਜੇਤੂ ਰਿਹਾ ਤੇ ਕਿਤੇ ਕੁਝ ਵੀ ਨਹੀਂ। ਤੁਸੀਂ ਦੇਖੋ ਕਿ ਜੇਕਰ ਇਹ ਹਾਲ ਹੀਲਾ ਤਾਂ ਫਿਰ 117 ਦੇ ਉੱਤੇ ਫਿਰ ਜਿੱਤ ਕਿੱਥੋਂ ਹੋਏਗੀ? ਹੁਣ ਤੁਸੀਂ ਦੇਖੋ ਕਿ ਆਹ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕਿ ਭਾਜਪਾ ਦਾ ਇੱਕ ਕੌਂਸਲਰ ਜੇਤੂ ਰਿਹਾ ਮੁਕਤਸਰ ਦੇ ਵਿੱਚੋਂ, ਜਦੋਂ ਕਿ ਵਾਰਡ ਨੰਬਰ 4 ਦੇ ਵਿੱਚ ਭਾਜਪਾ ਉਮੀਦਵਾਰ ਨੂੰ ਸਿਰਫ 4 ਵੋਟਾਂ, ਨੋਟਾਂ ਨੂੰ 41 ਵੋਟਾਂ। ਮੁਕਤਸਰ ਵਿੱਚ ਅੱਧੀ ਦਰਜਨ ਵਾਰਡ ਅਜਿਹੇ ਜਿੱਥੇ ਭਾਜਪਾ ਉਮੀਦਵਾਰ ਦੇ ਨਾਲੋਂ ਜ਼ਿਆਦਾ ਵੋਟ ਨੋਟਾਂ ਨੂੰ ਮਿਲੇ ਨੇ। ਨਗਰ ਨਿਗਮ ਬਠਿੰਡਾ ਦੇ 2 ਵਾਰਡਾਂ ਵਿੱਚ ਵੀ ਇਸੇ ਤਰ੍ਹਾਂ ਹੋਇਆ।
ਬਠਿੰਡਾ ਨਿਗਮ ਦੇ ਵਾਰਡ ਨੰਬਰ 20 ਵਿੱਚ ਭਾਜਪਾ ਉਮੀਦਵਾਰ ਨੂੰ 18, ਨੋਟਾਂ ਨੂੰ 39। ਇਸੇ ਤਰ੍ਹਾਂ ਵਾਰਡ ਨੰਬਰ 10 ਵਿੱਚ ਭਾਜਪਾ ਉਮੀਦਵਾਰ ਨੂੰ 10, ਨੋਟਾਂ ਨੂੰ 21। ਵਾਰਡ ਨੰਬਰ 20 ਅਤੇ ਵਾਰਡ ਨੰਬਰ 40 ਵਿੱਚ ਇਸੇ ਤਰ੍ਹਾਂ ਤੁਸੀਂ ਦੇਖੋ ਕਿ ਨੋਟਾਂ ਤੇ ਇਹਨਾਂ ਦੇ ਉਮੀਦਵਾਰਾਂ ਦੇ ਵਿਚਕਾਰ ਵੋਟਾਂ ਦਾ ਮਾਮੂਲੀ ਫਰਕ ਨਜ਼ਰ ਆਇਆ, ਕਿਉਂਕਿ ਨੋਟਾਂ ਤੋਂ ਭਾਜਪਾ ਉਮੀਦਵਾਰਾਂ ਦੀਆਂ ਵੋਟਾਂ ਵਿੱਚ 3 ਤੋਂ 5 ਵੋਟਾਂ ਦਾ ਫਰਕ ਰਿਹਾ। ਇਸੇ ਤਰ੍ਹਾਂ ਜੇਕਰ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ, ਅੰਮ੍ਰਿਤਸਰ ਦੇ ਵਿੱਚ 5 ਨਗਰ ਕੌਂਸਲਾਂ ਦੇ ਵਿੱਚ 67 ਵਾਰਡਾਂ ਦੇ ਵਿੱਚੋਂ ਸਿਰਫ 21 ਵਾਰਡਾਂ ਦੇ ਵਿੱਚ ਭਾਜਪਾ ਉਮੀਦਵਾਰ ਖੜੇ ਕਰ ਸਕੀ ਸੀ, ਜਾਂ ਇਹ ਆਖ ਸਕਦੇ ਹਾਂ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ 67 ਵਾਰਡਾਂ ਦੇ ਵਿੱਚੋਂ ਭਾਜਪਾ ਨੂੰ ਸਿਰਫ 21 ਵਾਰਡਾਂ ਵਿੱਚ ਉਮੀਦਵਾਰ ਲੱਭੇ, ਬਾਕੀਆਂ ਤੇ ਉਮੀਦਵਾਰ ਹੀ ਨਹੀਂ ਮਿਲਿਆ। ਇਹਨਾਂ 21 ਵਾਰਡਾਂ ਦੇ ਵਿੱਚ ਭਾਜਪਾ ਉਮੀਦਵਾਰਾਂ ਨੂੰ 230 ਵੋਟਾਂ ਮਿਲੀਆਂ, ਜਦੋਂ ਕਿ ਨੋਟਾਂ ਨੂੰ 379 ਮਿਲ ਗਈਆਂ। ਨਗਰ ਨਿਗਮ ਅੰਮ੍ਰਿਤਸਰ ਦੇ ਇਕਲੌਤੇ ਵਾਰਡ ਦੇ ਵਿੱਚ ਤੁਸੀਂ ਦੇਖੋ ਕਿ ਭਾਜਪਾ ਉਮੀਦਵਾਰ ਨੂੰ 52 ਵੋਟਾਂ, ਜਦੋਂ ਕਿ ਨੋਟਾਂ ਨੂੰ 60 ਮਿਲ ਗਈਆਂ। ਰਾਮਾ ਨਗਰ ਕੌਂਸਲ ਦੇ ਵਾਰਡ ਨੰਬਰ 7 ਵਿੱਚ ਭਾਜਪਾ ਨੂੰ 8 ਤੇ ਨੋਟਾਂ ਨੂੰ 14 ਮਿਲ ਗਈਆਂ। ਇਸੇ ਤਰ੍ਹਾਂ ਵਾਰਡ ਨੰਬਰ 14 ਵਿੱਚ ਭਾਜਪਾ ਨੂੰ ਸਿਰਫ 8 ਅਤੇ ਨੋਟਾਂ ਨੂੰ 7 ਵੋਟ। ਰਾਮਾ ਨਗਰ ਕੌਂਸਲ ਦੀ ਵਾਰਡ ਨੰਬਰ 12 ਵਿੱਚ ਆਪ ਅਤੇ ਨੋਟਾਂ ਨੂੰ ਸਿਰਫ 6 ਵੋਟਾਂ ਮਿਲੀਆਂ, ਜਦੋਂ ਕਿ ਨੋਟਾਂ ਨੂੰ 8 ਮਿਲੀਆਂ। ਇਸੇ ਤਰ੍ਹਾਂ ਦੇ ਹਾਲਾਤ ਭਾਜਪਾ ਦੇ ਦਰਜਨਾਂ ਨਗਰ ਕੌਂਸਲਾਂ ਵਿੱਚ ਬਣੇ ਹੈ। ਦੱਸਣਾ ਬਣਦਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਦਾ ਮੁੱਢ ਪੰਜਾਬ ਤੋਂ ਬੰਨ੍ਹਿਆ ਗਿਆ, ਜਿਸ ਕਰਕੇ ਸਭ ਤੋਂ ਵੱਡਾ ਝਟਕਾ ਵੀ ਪੰਜਾਬੀਆਂ ਨੇ ਭਾਜਪਾ ਨੂੰ ਦਿੱਤਾ ਹੈ। ਹੁਣ EVM ਮਸ਼ੀਨਾਂ ਤੇ ਬਟਨ ਲੱਗੇ ਹੁੰਦੇ ਨੇ ਕਿ ਆਹ ਅਕਾਲੀ ਆ, ਆ ਭਾਈ ਭਾਜਪਾ ਦਾ, ਆਪ ਦਾ, ਪਰ ਉੱਥੇ ਇੱਕ ਨੋਟਾਂ ਵਾਲਾ ਬਟਨ ਵੀ ਹੁੰਦਾ ਹੈ। ਨੋਟਾਂ ਦਾ ਬਟਨ ਉਹ ਬਟਨ ਹੈ, ਜੇਕਰ ਉਹਨਾਂ ਸਾਰੇ ਉਮੀਦਵਾਰਾਂ ਦੇ ਵਿੱਚੋਂ ਕੋਈ ਵੀ ਉਮੀਦਵਾਰ ਕਿਸੇ ਨੂੰ ਪਸੰਦ ਨਹੀਂ ਤਾਂ ਉਹ ਨੋਟਾਂ ਵਾਲਾ ਬਟਨ ਦਬਾ ਸਕਦਾ। ਤੇ ਇਹਨਾਂ ਚੋਣਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਹ ਨੋਟਾਂ ਵਾਲਾ ਬਟਨ ਦਬਾਇਆ ਵੀ ਹੈ, ਭਾਵ ਇਹ ਦੱਸਿਆ ਕਿ ਸਾਨੂੰ ਇਹਨਾਂ ਵਿੱਚੋਂ ਕੋਈ ਵੀ ਉਮੀਦਵਾਰ ਪਸੰਦ ਨਹੀਂ। ਆ ਕੁਝ ਅੰਕੜੇ ਮੈਂ ਭਾਜਪਾ ਦੇ ਤੁਹਾਡੇ ਨਾਲ ਸਾਂਝੇ ਕੀਤੇ ਹੈ, ਜਿੱਥੇ ਪਤਾ ਲੱਗਿਆ ਕਿ ਲਗਭਗ ਬਹੁਤੀਆਂ ਥਾਵਾਂ ਤੇ 10 ਜ਼ਿਲ੍ਹਿਆਂ ਵਿੱਚ ਖਾਤਾ ਹੀ ਨਹੀਂ ਖੁੱਲਿਆ। ਤੇ ਫਿਰ ਵੀ ਤੋਮਰ ਸਾਹਿਬ ਜੇਕਰ ਇਹ ਕਹਿੰਦੇ ਹੈ ਕਿ ਪੰਜਾਬ ਦੀਆਂ ਇਹਨਾਂ ਚੋਣਾਂ ਦੇ ਉੱਤੇ ਇਸ ਕਿਸਾਨ ਅੰਦੋਲਨ ਦਾ ਕੋਈ ਅਸਰ ਨਹੀਂ, ਤਾਂ ਫਿਰ ਭਾਈ ਇਹ ਹੋ ਸਕਦਾ ਕਿ ਜਾਂ ਅੱਖਾਂ ਤੇ ਪੱਟੀ ਬੰਨ੍ਹ ਲਓ, ਜਾਂ ਤੁਸੀਂ ਸਿੱਕਾ ਢਾਲ ਕੇ ਕੰਨਾਂ ਵਿੱਚ ਪਾ ਲਓ, ਜਾਂ ਆਪਣੀ ਜ਼ੁਬਾਨ ਜ਼ਿਪ ਕਰ ਲਓ, ਬੰਦ ਕਰ ਲਓ, ਕਿਉਂਕਿ ਉਹਨਾਂ ਨੂੰ ਜੋ ਦਿਖਦਾ ਉਹਨਾਂ ਨੇ ਉਹੀ ਦੱਸਣਾ ਹੈ। ਅਸਲੀਅਤ ਕੁਝ ਹੋਰ ਹੈ ਤੇ ਦੱਸਿਆ ਕੁਝ ਹੋਰ ਜਾ ਰਿਹਾ ਹੈ। ਤੇ ਅਗਲੀ ਗੱਲ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਹੈ, ਟੂਲ ਕਿੱਟ ਦਾ ਬਹੁਤ ਵੱਡਾ ਹੂਆ ਬਣਾਇਆ ਗਿਆ। ਟੂਲ ਕਿੱਟ ਨੂੰ ਦੇਸ਼ ਧਰੋਹ ਦੇ ਨਾਲ ਜੋੜਿਆ ਜਾ ਰਿਹਾ ਹੈ, ਕਿਉਂਕਿ ਕਿਸਾਨ ਅੰਦੋਲਨ ਨਾਲ ਜੁੜ ਕੇ ਟੂਲ ਕਿੱਟ ਸ਼ਬਦ ਇਸ ਵਕਤ ਸਮੁੱਚੇ ਭਾਰਤ ਦੇ ਵਿੱਚ ਚਰਚਾ 'ਚ ਹੈ। ਟੂਲ ਕਿੱਟ ਅਸਲ ਵਿੱਚ ਕਿਸੇ ਮੁੱਦੇ ਨੂੰ ਸਮਝਣ ਦੇ ਵਾਸਤੇ ਸਮੁੱਚੇ ਦਸਤਾਵੇਜ਼ਾਂ ਨੂੰ ਇੱਕ ਥਾਂ ਤੇ ਇਕੱਠੇ ਕਰਨ ਅਤੇ ਸੰਬੰਧਿਤ ਮੁੱਦੇ ਦੇ ਉੱਤੇ ਗੱਲ ਕਰ ਰਹੇ ਲੋਕਾਂ ਦੀ ਹਮਾਇਤ ਕਰਨ ਦੀ ਇੱਕ ਜੁਗਤ ਹੈ, ਅਤੇ ਉਹ ਜੁਗਤ ਨੂੰ ਸਾਂਝੀ ਕਰਨ ਦਾ ਇੱਕ ਡਿਜੀਟਲ ਤਰੀਕਾ ਹੈ। ਨਾ ਇਹ ਕੋਈ ਬੰਬ ਹੈ, ਨਾ ਕੋਈ ਬੰਦੂਕ ਹੈ, ਨਾ ਕੋਈ ਰੌਕਟ ਲਾਂਚਰ ਹੈ। ਪਰ ਦਿੱਲੀ ਪੁਲਿਸ ਨੇ ਬੀਤੇ ਦਿਨੀ ਬੰਗਲੁਰੂ ਦੀ ਰਹਿਣ ਵਾਲੀ 21 ਵਰ੍ਹਿਆਂ ਦੀ ਦਿਸ਼ਾ ਰਵੀ ਨੂੰ ਇਸ ਟੂਲ ਕਿੱਟ ਨੂੰ ਆਧਾਰ ਬਣਾ ਕੇ ਹੀ ਗ੍ਰਿਫਤਾਰ ਕੀਤਾ ਹੈ ਕਿ ਇਹ ਟੂਲ ਕਿੱਟ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪ੍ਰਚਾਰਿਆ ਗਿਆ, ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਮੁੱਦੇ ਨੂੰ ਆਧਾਰ ਬਣਾ ਕੇ ਗ੍ਰੇਟਾ ਥਨਬਰਗ ਨਾਲ ਸਾਂਝਾ ਕਰਨ ਦੇ ਦੋਸ਼ ਹੇਠ ਦਿਸ਼ਾ ਰਵੀ ਗ੍ਰਿਫਤਾਰ ਕੀਤੀ ਗਈ। ਦਿਸ਼ਾ ਰਵੀ ਦੇ ਉੱਤੇ ਭਾਰਤ ਦੇ ਵਿੱਚ ਸ਼ਾਂਤੀ ਭੰਗ ਕਰਵਾਉਣੀ, ਅਸੰਤੋਖ ਕਿਹਾ ਜਾ ਸਕਦਾ ਜਿਸ ਨੂੰ, ਫਿਰਕੂ ਨਫ਼ਰਤ ਫੈਲਾਉਣੀ, ਅਪਰਾਧਿਕ ਸਾਜ਼ਿਸ਼ ਰਚਣੀ, ਇਸ ਤਰ੍ਹਾਂ ਦੇ ਦੋਸ਼ ਉਹਦੇ ਉੱਤੇ ਮੜ ਕੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਨਾਲ ਹੀ ਸਿਰਫ ਦਿਸ਼ਾ ਰਵੀ ਨਹੀਂ, 37 ਹੋਰ ਵਿਅਕਤੀਆਂ ਦੀ ਵੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਬੀਤੇ ਦਿਨੀ ਭਾਵ 26 ਜਨਵਰੀ ਤੋਂ ਲਗਭਗ 15 ਦਿਨ ਪਹਿਲਾਂ ਇੱਕ ਜ਼ੂਮ ਮੀਟਿੰਗ ਕੀਤੀ, ਅਤੇ ਉਸ ਜ਼ੂਮ ਮੀਟਿੰਗ ਦੇ ਵਿੱਚ ਮੁੰਬਈ ਦੀ ਰਹਿਣ ਵਾਲੀ ਵਕੀਲ ਨਿਕਿਤਾ ਜੈਕਬ ਅਤੇ ਇੰਜੀਨੀਅਰ ਸ਼ਾਂਤਨੂ ਨੂੰ ਮੁੰਬਈ ਹਾਈ ਕੋਰਟ ਨੇ ਦਿੱਲੀ ਕੋਰਟ ਤੋਂ ਜ਼ਮਾਨਤ ਦੀ ਅਰਜ਼ੀ ਦੇਣ ਤੱਕ ਜ਼ਮਾਨਤ ਦੇ ਦਿੱਤੀ ਹੈ। ਦਿੱਲੀ ਪੁਲਿਸ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਅੰਦੋਲਨਕਾਰੀਆਂ ਦਾ ਬਿਜਲੀ, ਪਾਣੀ ਇਹ ਕੱਟ ਦੇਣ, ਸੜਕਾਂ ਦੇ ਉੱਤੇ ਕਿੱਲ ਗੱਡ ਦੇਣ ਦੇ ਵਿਰੁੱਧ ਟਵੀਟ ਕਰਨ ਦੇ ਕਾਰਨ ਗ੍ਰੇਟਾ ਥਨਬਰਗ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ। ਇਸੇ ਹੀ ਮੁੱਦੇ ਉੱਤੇ ਕਾਨੂੰਨ ਦੇ ਜਾਣਕਾਰ ਕੇਂਦਰ ਸਰਕਾਰ ਦੇ ਫੈਸਲੇ ਨਾਲ ਸਹਿਮਤੀ ਨਹੀਂ ਪ੍ਰਗਟਾ ਰਹੇ। ਦਿਸ਼ਾ ਰਵੀ ਨੂੰ ਅਸਲ ਦੇ ਵਿੱਚ 14 ਫਰਵਰੀ ਨੂੰ ਗ੍ਰਿਫਤਾਰ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ ਗਿਆ, ਪੁਲਿਸ ਰਿਮਾਂਡ ਦਿੱਤਾ ਗਿਆ। ਇਸ ਮੁਕੱਦਮੇ ਦੇ ਬਾਰੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਰਹੇ ਹੈ ਦੀਪਕ ਗੁਪਤਾ,
ਜਸਟਿਸ ਗੁਪਤਾ ਉਹ ਆਖਦੇ ਨੇ ਕਿ ਜਨਤਕ ਕੀਤੇ ਗਏ ਟੂਲ ਕਿਟ ਤੇ ਦਸਤਾਵੇਜ਼ਾਂ ਵਿੱਚ ਕੁਝ ਵੀ ਅਜਿਹਾ ਨਜ਼ਰ ਨਹੀਂ ਆ ਰਿਹਾ ਜਿਸ ਨੂੰ ਦੇਸ਼ ਧਰੋਹ ਦੇ ਦਾਇਰੇ ਵਿੱਚ ਰੱਖਿਆ ਜਾ ਸਕਦਾ ਹੋਵੇ। ਪਰ ਹਰ ਇੱਕ ਸ਼ਹਿਰੀ ਨੂੰ ਸ਼ਾਂਤਮਈ ਤਰੀਕੇ ਨਾਲ ਸਰਕਾਰ ਦਾ ਵਿਰੋਧ ਕਰਨ ਦਾ ਹੱਕ ਹੈ। ਕੇਂਦਰ ਸਰਕਾਰ ਦਾ ਫੈਸਲਾ ਸੰਵਿਧਾਨ ਵਿੱਚ ਮਿਲੇ ਆਪਣੀ ਰਾਏ ਰੱਖਣ ਅਤੇ ਵਿਚਾਰ ਪ੍ਰਗਟਾਵੇ ਦੇ ਮੌਲਿਕ ਹੱਕਾਂ ਦੇ ਉੱਤੇ ਸਿੱਧਾ ਹਮਲਾ ਹੈ। ਸੁਪਰੀਮ ਕੋਰਟ ਨੇ ਬਲਵੰਤ ਸਿੰਘ ਬਨਾਮ ਸਟੇਟ ਆਫ ਪੰਜਾਬ ਦੇ ਮਾਮਲੇ ਵਿੱਚ ਇੱਕ ਰਾਏ ਦਿੱਤੀ ਸੀ ਕਿ ਸ਼ਾਂਤਮਈ ਤਰੀਕੇ ਨਾਲ ਨਾਅਰੇ ਲਾਉਣਾ ਦੇਸ਼ ਧਰੋਹ ਨਹੀਂ ਬਣਦਾ, ਬਸ਼ਰਤੇ ਉਸ ਨਾਲ ਹਿੰਸਾ ਨਾ ਭੜਕਦੀ ਹੋਵੇ ਜਾਂ ਹਥਿਆਰਾਂ ਨਾਲ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਨਾ ਕੀਤੀ ਗਈ ਹੋਵੇ। ਜਸਟਿਸ ਦੀਪਕ ਗੁਪਤਾ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਧਰੋਹ ਨਾਲ ਸੰਬੰਧਿਤ ਬਰਤਾਨਵੀ ਸਰਕਾਰ ਨੇ ਸਾਮਰਾਜੀ ਅਤੇ ਬਸਤੀਵਾਦੀ ਮਾਨਸਿਕਤਾ ਦੇ ਤਹਿਤ ਇਸ ਤਰ੍ਹਾਂ ਦੀ ਧਾਰਨਾ ਬਣਾਈ ਸੀ। ਇਸ ਤਹਿਤ ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ ਅਤੇ ਹੋਰ ਅਨੇਕਾਂ ਆਗੂਆਂ ਨੇ ਜਦੋਂ ਇਸ ਤਰ੍ਹਾਂ ਦੀ ਆਵਾਜ਼ ਸ਼ਾਂਤਮਈ ਤਰੀਕੇ ਨਾਲ ਬੁਲੰਦ ਕੀਤੀ ਸੀ ਤਾਂ ਉਸ ਵਕਤ ਦੇਸ਼ ਭਗਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਸਟਿਸ ਗੁਪਤਾ ਅਨੁਸਾਰ ਆਜ਼ਾਦ ਭਾਰਤ ਦੇ ਵਿੱਚ ਇਸ ਕਾਨੂੰਨ ਨੂੰ ਜਾਂ ਤਾਂ ਖਤਮ ਕੀਤਾ ਜਾਣਾ ਚਾਹੀਦਾ ਸੀ ਜਾਂ ਇਹਦੇ ਉੱਤੇ ਜਾਂਚ ਕਰਕੇ ਵਿਚਾਰ ਕਰਕੇ ਇਹਦੇ ਵਿੱਚ ਸੋਧ ਕਰਨੀ ਚਾਹੀਦੀ ਸੀ। ਜਮਹੂਰੀ ਪ੍ਰਣਾਲੀ ਵਿੱਚ ਸੰਵਿਧਾਨ ਸਰਵਉੱਚ ਹੁੰਦਾ ਹੈ, ਸਰਕਾਰ ਨਹੀਂ ਹੁੰਦੀ। ਕਿਸੇ ਵੀ ਵਖਰੇਵੇਂ ਨੂੰ ਦੇਸ਼ ਧਰੋਹ ਕਰਾਰ ਦੇਣ ਦੇ ਫੈਸਲੇ ਨੂੰ ਸੰਵਿਧਾਨ ਵੱਲੋਂ ਨਾਗਰਿਕਾਂ ਨੂੰ ਦਿੱਤੇ ਗਏ ਮੌਲਿਕ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਣਾ ਚਾਹੀਦਾ ਹੈ। ਉਹ ਕਹਿੰਦੇ ਸਰਕਾਰ ਨੂੰ ਇਸ ਪਾਸੇ ਉਚੇਚਾ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਜੇਕਰ ਕੋਈ ਸ਼ਾਂਤਮਈ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦਾ ਹੈ ਜਾਂ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਦੇਸ਼ ਧਰੋਹ ਦੇ ਮੁਕੱਦਮੇ ਦੇ ਵਿੱਚ ਨਾ ਘੜੀਸਿਆ ਜਾਵੇ। ਹੁਣ ਟੂਲ ਕਿਟ ਦੇਸ਼ ਧਰੋਹ ਬਣਦੀ ਜਾ ਰਹੀ ਹੈ ਤੇ ਅੱਜ ਖਬਰ ਮਿਲ ਰਹੀ ਹੈ, ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਕੰਨੀ ਇਹ ਖਬਰ ਵੀ ਪਵੇ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿਸੇ ਚੀਜ਼ ਨੂੰ ਪੋਸਟ ਕਰਨਾ, ਕਿਸੇ ਵੀਡੀਓ ਨੂੰ ਪੋਸਟ ਕਰਨਾ, ਉਹਨੂੰ ਲਾਈਕ ਕਰਨਾ, ਉਹਨੂੰ ਸ਼ੇਅਰ ਕਰਨਾ ਜਿਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੰਟੈਂਟ ਹੋਵੇ ਜਿਹੜਾ ਇਹ ਲੱਗਦਾ ਹੋਵੇ ਕਿ ਇਹਦੇ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ, ਇਹਦੇ ਨਾਲ ਲੋਕ ਉਕਸਾਏ ਜਾ ਸਕਦੇ ਆ, ਭੜਕਾਹਟ ਵਿੱਚ ਆ ਸਕਦੇ ਆ ਤੇ ਉਹਦੇ ਉੱਤੇ ਪਾਬੰਦੀ ਲੱਗ ਜਾਣੀ ਹੈ। ਸੋ ਆਉਣ ਵਾਲੇ ਕੁਝ ਮਹੀਨਿਆਂ ਦਾ ਇੰਤਜ਼ਾਰ ਕਰੋ, ਸਰਕਾਰ ਇਸ ਪਾਸੇ ਕਦਮ ਵਧਾ ਰਹੀ ਹੈ। ਤੇ ਅਗਲੀ ਖਬਰ ਸਿੱਖ ਭਾਈਚਾਰੇ ਦੇ ਨਾਲ, ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਨਾਲ ਜੁੜੀ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਸਾਕਾ ਨਨਕਾਣਾ ਸਾਹਿਬ 10 ਫੱਗਣ ਦੇ ਦਿਨ 100 ਸਾਲ ਪਹਿਲਾਂ, ਇੱਕ ਸਦੀ ਪਹਿਲਾਂ ਨਨਕਾਣਾ ਸਾਹਿਬ ਦੇ ਵਿੱਚ ਇੱਕ ਸ਼ਹੀਦੀ ਸਾਕਾ ਵਾਪਰਦਾ ਹੈ ਤੇ ਉਹਦੀ ਸ਼ਤਾਬਦੀ ਮਨਾਈ ਜਾਣੀ ਹੈ। ਨਨਕਾਣਾ ਸਾਹਿਬ ਦੇ ਵਿੱਚ ਸਮਾਗਮ ਹੋ ਰਹੇ ਨੇ ਤੇ ਉਹਨਾਂ ਸਮਾਗਮਾਂ ਦੇ ਵਿੱਚ ਸਿੱਖ ਜਥੇ ਨੇ ਸ਼ਾਮਲ ਹੋਣਾ ਸੀ, ਪਰ 18 ਫਰਵਰੀ ਦੀ ਦੁਪਹਿਰ ਵੀਰਵਾਰ ਨੂੰ ਪਾਕਿਸਤਾਨ ਜਾਣਾ ਸੀ ਇਸ ਜਥੇ ਨੇ। ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬੁੱਧਵਾਰ ਵਾਲੇ ਦਿਨ, ਜੋ ਕਿ 17 ਫਰਵਰੀ ਬਣਦੀ ਹੈ, 17 ਫਰਵਰੀ ਨੂੰ ਇੱਕ ਪੱਤਰ ਭੇਜ ਕੇ ਜਥੇ ਦੇ ਉੱਤੇ ਰੋਕ ਲਗਾ ਦਿੱਤੀ। ਗ੍ਰਹਿ ਮੰਤਰਾਲੇ ਦੇ ਅਨੁਸਾਰ ਉਹ ਜਿਹੜਾ ਪੱਤਰ ਲਿਖਿਆ ਗਿਆ ਉਹਦੇ ਵਿੱਚ ਸੁਰੱਖਿਆ ਕਾਰਨ ਦੱਸੇ ਗਏ ਨੇ ਕਿ ਕੁਝ ਸੁਰੱਖਿਆ ਕਾਰਨਾਂ ਦੇ ਕਰਕੇ ਇਸ ਜਥੇ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਨਹੀਂ ਜਾ ਸਕਦੀ। ਪਰ ਜਦੋਂ ਇਹਦੇ ਉੱਤੇ ਸਿਆਸੀ ਮਾਹਿਰ ਗੱਲਬਾਤ ਕਰ ਰਹੇ ਨੇ, ਨੁਕਤਾ ਦੇਖ ਰਹੇ ਨੇ, ਉਹ ਸਵਾਲ ਉਠਾ ਰਹੇ ਨੇ ਕਿ ਕੇਂਦਰ ਸਰਕਾਰ ਨਨਕਾਣਾ ਸਾਹਿਬ ਦੇ ਵਿੱਚ 100 ਸਾਲ ਪਹਿਲਾਂ ਹੋਏ ਸਿੱਖਾਂ ਦੇ ਕਤਲੇਆਮ ਦੀ ਘਟਨਾ ਦੇ ਮਹੱਤਵ ਤੋਂ ਜਾਂ ਤਾਂ ਅਣਜਾਣ ਹੈ ਜਾਂ ਫਿਰ ਕਾਰਨ ਕੁਝ ਹੋਰ ਨੇ ਜਿਨ੍ਹਾਂ ਦੇ ਕਾਰਨ 100 ਸਾਲਾਂ 'ਚੋਂ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਨੇ, ਜਿੱਥੇ 100 ਸਾਲ ਪਹਿਲਾਂ ਭਾਈ ਲਛਮਣ ਸਿੰਘ ਦੀ ਅਗਵਾਈ ਦੇ ਵਿੱਚ ਨਨਕਾਣਾ ਸਾਹਿਬ ਵਿੱਚ ਪਹੁੰਚੇ ਜਥੇ ਨੇ ਅਜ਼ੀਮ ਕੁਰਬਾਨੀਆਂ ਦੇ ਕੇ ਨਨਕਾਣਾ ਸਾਹਿਬ ਨੂੰ ਮਹੰਤ ਨਰੈਣੀ ਦੇ ਕਬਜ਼ੇ ਵਿੱਚੋਂ ਛੁਡਵਾਉਣ ਦਾ ਰਾਹ ਪੱਧਰਾ ਕੀਤਾ ਸੀ। ਮਹੰਤ ਅਤੇ ਉਸ ਦੇ ਹਮਾਇਤੀਆਂ ਜਿਨ੍ਹਾਂ ਦੀ ਪਿੱਠ ਤੇ ਉਸ ਵਕਤ ਦੀ ਅੰਗਰੇਜ਼ ਹਕੂਮਤ ਸੀ, ਜਥੇ ਤੇ ਅਕਹਿ ਜ਼ੁਲਮ ਢਾਹੇ, ਪਰ ਜਥੇ ਦੇ ਸਾਰੇ ਮੈਂਬਰਾਂ ਨੇ ਸ਼ਾਂਤਮਈ ਰਹਿ ਕੇ ਅਨੂਠਾ ਸੰਜਮ ਅਤੇ ਸਬਰ ਦਿਖਾਇਆ ਸੀ। ਸੈਂਕੜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸੀ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਮੁੱਚੇ ਸਿੱਖ ਜਗਤ ਅਤੇ ਪੰਜਾਬੀ ਆਗੂ ਵੀ ਉਸ ਵਕਤ ਪਹੁੰਚੇ ਸੀ ਅਤੇ ਰੋਸ ਦੀ ਲਹਿਰ ਵੀ ਸੀ। ਉਸ ਵਕਤ ਮਹਾਤਮਾ ਗਾਂਧੀ ਵੀ ਪਹੁੰਚਿਆ ਸੀ, ਸ਼ੌਕਤ ਅਲੀ ਪਹੁੰਚਿਆ ਸੀ ਅਤੇ ਹੋਰ ਕੌਮੀ ਆਗੂ ਨਨਕਾਣਾ ਸਾਹਿਬ ਪਹੁੰਚੇ ਸਨ। ਤੇ ਹੁਣ ਅਜਿਹੇ ਦਿਹਾੜੇ ਦੀ ਸ਼ਤਾਬਦੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਜਥੇ ਨੂੰ ਰੋਕਣਾ ਕੋਈ ਸਿਆਣਪ ਵਾਲੀ ਗੱਲ ਨਹੀਂ, ਅਸੰਵੇਦਨਸ਼ੀਲਤਾ ਦਾ ਸਿਖਰ ਆਖਿਆ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਇਹਨਾਂ ਨਿਰਦੇਸ਼ਾਂ ਦੀ ਨਿਖੇਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕੀਤੀ ਹੈ। ਉਹਨਾਂ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਉਠਾਏ ਹੈ ਅਤੇ ਨਾਲ ਕਿਹਾ ਹੈ ਕਿ ਸੁਰੱਖਿਆ ਦੇ ਤਰਕ ਕਾਰਨ ਜਥੇ ਦੀ ਯਾਤਰਾ ਤੇ ਰੋਕ ਲਗਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਵਰੇ ਨਵੰਬਰ ਮਹੀਨੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਸਥਿਤ ਗੁਰਧਾਮਾਂ ਦੀ ਯਾਤਰਾ ਕਰਕੇ ਵਾਪਸ ਪਰਤਿਆ। ਉਹ ਕਹਿੰਦੇ ਜੇਕਰ ਉਸ ਵਕਤ ਖਤਰਾ ਨਹੀਂ ਸੀ ਤਾਂ ਫਿਰ ਅਚਨਚੇਤ ਹੁਣ ਖਤਰਾ ਕਿੱਥੋਂ ਪੈਦਾ ਹੋ ਗਿਆ। ਬੀਬੀ ਜਗੀਰ ਕੌਰ ਦੇ ਅਨੁਸਾਰ ਭਾਰਤ ਅਤੇ ਪੰਜਾਬ ਸਰਕਾਰ ਅਤੇ ਇਹਨਾਂ ਦੀਆਂ ਏਜੰਸੀਆਂ ਨੇ ਸਭ ਸ਼ਰਧਾਲੂਆਂ ਦੇ ਬਾਰੇ ਪਹਿਲਾਂ ਜਾਣਕਾਰੀ ਲਈ ਹੋਣੀ ਹੈ, ਫਿਰ ਜਾਂਚ ਕੀਤੀ ਹੋਣੀ ਹੈ। ਉਹ ਜਾਂਚ ਤੋਂ ਬਾਅਦ ਹੀ ਪਾਕਿਸਤਾਨ ਦੂਤਾਵਾਸ ਨੇ ਵੀਜ਼ੇ ਵੀ ਜਾਰੀ ਕੀਤੇ ਹੋਣਗੇ। ਇਹ ਵੀ ਯਾਦ ਰੱਖਣਾ ਬਣਦਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਉਸ ਵਕਤ ਖੋਲ੍ਹਿਆ ਗਿਆ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਵਿੱਚ ਤਣਾਅ ਸਿਖਰਾਂ ਤੇ ਸੀ। ਜਦ ਉਦੋਂ ਕੋਈ ਸਮੱਸਿਆ ਨਹੀਂ ਆਈ, ਉਦੋਂ ਸ਼ਾਂਤੀ ਨੂੰ, ਕੋਈ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ, ਤੇ ਫਿਰ ਇਸ ਵਕਤ ਅਚਨਚੇਤ ਸੁਰੱਖਿਆ ਕਾਰਨਾਂ ਦਾ ਹਵਾਲਾ, ਇਹ ਗੱਲ ਸਮਝ ਤੋਂ ਬਾਹਰ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਇਹ ਸਮਝਣ ਦੀ ਸਮਰੱਥਾ ਰੱਖਣ, ਜਾਂ ਤਾਂ ਸਮਰੱਥ ਹੈਗੀਆਂ ਨੇ ਜਾਣਬੁੱਝ ਕੇ ਅਣਜਾਣ ਬਣ ਰਹੀਆਂ ਨੇ, ਜਾਂ ਫਿਰ ਉਹ ਸਮਝਣਾ ਨਹੀਂ ਚਾਹੁੰਦੀਆਂ ਕਿ ਪੰਜਾਬ ਸਰਹੱਦਾਂ ਦੇ ਦੋਵੇਂ ਪਾਸੇ ਵਸਦਾ ਹੈ। ਉਹ ਪਾਕਿਸਤਾਨ ਵਾਲੇ ਪਾਸੇ ਵੀ ਧੜਕ ਰਿਹਾ ਹੈ, ਉਹ ਭਾਰਤ ਵਾਲੇ ਪਾਸੇ ਵੀ ਧੜਕ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੀ ਜਦੋਂ ਵੰਡ ਕੀਤੀ ਗਈ, ਜਦੋਂ ਦੋ ਮੁਲਕ ਹੋਂਦ ਵਿੱਚ ਆਉਂਦੇ ਨੇ, 1947 ਦੇ ਵਿੱਚ ਇਹ ਵੰਡ ਤਾਂ ਹੋਈ, ਇਹ ਪਰ ਮੰਦਭਾਗੀ ਸੀ, ਗਲਤ ਸੀ। ਦੋਹਾਂ ਪੰਜਾਬਾਂ ਦੇ ਲੋਕਾਂ ਵਿਚਲੀ ਸਦੀਆਂ ਦੀ ਸਾਂਝ ਨੂੰ ਖਤਮ ਕਰਨਾ ਕਿਸੇ ਦੇ ਹਿੱਤ ਵਿੱਚ ਨਹੀਂ ਹੋ ਸਕਦਾ। ਸਿੱਖਾਂ ਦੇ, ਹਿੰਦੂਆਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਪਾਕਿਸਤਾਨ ਵਿੱਚ ਵੀ ਹੈ, ਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਮੁਸਲਮਾਨਾਂ ਦੇ ਮਨ ਵਿੱਚ ਵੀ ਅਜਮੇਰ ਸ਼ਰੀਫ, ਦਿੱਲੀ ਵਿੱਚ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ਅਤੇ ਹੋਰ ਸਥਾਨਾਂ ਦੀ ਯਾਤਰਾ ਕਰਨ ਦਾ ਅਥਾਹ ਸਤਿਕਾਰ ਰਹਿੰਦਾ ਹੈ, ਇੱਛਾ ਰਹਿੰਦੀ ਹੈ, ਤੀਬਰ ਇੱਛਾ ਰਹਿੰਦੀ ਹੈ। ਬਹੁਤ ਸਾਰੇ ਧਾਰਮਿਕ ਸਥਾਨ ਸਾਂਝੇ ਹੈ। ਲੋਕਾਂ ਦੀਆਂ ਇਹਨਾਂ ਸਾਂਝਾਂ ਨੂੰ ਮਜ਼ਬੂਤ ਕਰਨਾ ਦੋਹਾਂ ਮੁਲਕਾਂ ਵਿਚਲੀ ਦੂਰੀ ਘਟੇਗੀ, ਘਟਾਈ ਜਾ ਸਕਦੀ ਹੈ। ਪਰ ਸਰਕਾਰ ਅਜਿਹੇ ਕੰਮ ਕਰਦੀ ਹੈ ਜਿਨ੍ਹਾਂ ਕਾਰਨ ਲੋਕਾਂ ਵਿੱਚ ਦੂਰੀਆਂ ਵਧਣ, ਲੋਕਾਂ ਵਿੱਚ ਕੁੜੱਤਣ ਪੈਦਾ ਹੋਵੇ। ਮੈਨੂੰ ਲੱਗਦਾ ਹੈ ਕਿ ਭਾਵੇਂ ਉਧਰਲੀ ਹੈ ਤੇ ਭਾਵੇਂ ਇੱਧਰਲੀ ਸਰਕਾਰ ਹੈ, ਗੁਰੂ ਨਾਨਕ ਦੇਵ ਜੀ ਦਾ ਕਥਨ ਕਿ ਉਹ ਮੈਨੂੰ ਲੱਗਦਾ ਕਿ ਭੁੱਲਦੇ ਜਾ ਰਹੇ ਨੇ ਕਿ ਮਨ ਦੇ ਵਿੱਚ ਜੇਕਰ ਕੁੜੱਤਣ ਹੋਵੇ ਤੇ ਮਨ ਦੇ ਅੰਦਰ ਜਿਹੜੀ ਦੁਬਿਧਾ ਹੋਵੇ, ਉਹਨੂੰ ਜੇ ਦੂਰ ਕਰ ਲਿਆ ਜਾਵੇ ਚੰਗੀ ਹੈ, ਨਹੀਂ ਤਾਂ ਫਿਰ ਜਿਹੜਾ ਮਨ ਅਗਿਆਨੀ ਹੋ ਕੇ ਅਗਿਆਨੀਆਂ ਵਾਲੇ ਕੰਮ ਕਰਦਾ ਹੈ। ਕੇਂਦਰ ਸਰਕਾਰ ਨੂੰ ਇਸ ਵੇਲੇ ਇਹ ਫੈਸਲਾ ਮੁੜ ਵਿਚਾਰ ਲੈਣਾ ਚਾਹੀਦਾ ਹੈ, ਕਿਉਂਕਿ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਦੇ ਸਮੇਂ ਜਥੇ ਨੂੰ ਰੋਕਣ ਦਾ ਹੁਕਮ ਗੈਰ ਜ਼ਿੰਮੇਵਾਰੀ ਵਾਲਾ ਹੈ, ਸਿੱਖ ਭਾਈਚਾਰੇ ਦੇ ਜਜ਼ਬਿਆਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਅਤੇ ਇਹਦੇ ਤੋਂ ਵੀ ਵੱਧ ਕੇ ਇਹ ਇਤਿਹਾਸ ਦੀ ਨਿਰਾਦਰੀ ਕਰਨ ਵਾਲਾ ਵੀ ਹੈ। ਹਰ ਇੱਕ ਭਾਈਚਾਰੇ ਵੱਲੋਂ ਇਸ ਕਦਮ ਦੀ ਨਿਖੇਧੀ ਕੀਤੀ ਜਾ ਰਹੀ ਹੈ। ਤੇ ਹੁਣ ਇੱਕ ਖਬਰ 2 ਦਿਨ ਤੋਂ ਬੜੀ ਸੁਰਖੀਆਂ ਦੇ ਵਿੱਚ ਆ। ਸ਼ਬਨਮ ਨੇ ਇੱਕ ਵਾਰੀ ਫਿਰ ਤੋਂ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਹੈ। ਅਸਲ ਦੇ ਵਿੱਚ ਸ਼ਬਨਮ ਨੇ ਆਪਣੇ ਹੀ ਪਰਿਵਾਰ ਦੇ 7 ਲੋਕਾਂ ਦਾ ਕਤਲ ਕੀਤਾ ਸੀ। ਇਹ ਕਤਲ ਅਮਰੋਹਾ ਦੇ ਨੇੜਲੇ ਪਿੰਡ ਬਾਵਨ ਖੇੜੀ ਵਿੱਚ ਹੋਇਆ ਸੀ। ਸ਼ਬਨਮ ਇੱਕ ਵਾਰ ਮੁੜ ਆਪਣੀ ਫਾਂਸੀ ਦੇ ਖਿਲਾਫ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕਰ ਰਹੀ ਹੈ। ਉਸ ਦੇ ਵੱਲੋਂ ਕੱਲ ਸੁਪਰੀਮ ਕੋਰਟ ਦੇ 2 ਵਕੀਲ ਪਟੀਸ਼ਨ ਲੈ ਕੇ ਜੇਲ੍ਹ ਪੁੱਜੇ। ਉਹਨਾਂ ਨੇ ਇਹ ਪਟੀਸ਼ਨ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ। ਜੇਲ੍ਹ ਪ੍ਰਸ਼ਾਸਨ ਇਸ ਨੂੰ ਹੁਣ ਰਾਜਪਾਲ ਰਾਹੀਂ ਰਾਸ਼ਟਰਪਤੀ ਕੋਲ ਭੇਜੇਗਾ। ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਪਟੀਸ਼ਨ ਨੂੰ ਨਿਯਮਾਂ ਦੇ ਅਨੁਸਾਰ ਰਾਜਪਾਲ ਦੇ ਰਾਹੀਂ ਅਸੀਂ ਰਾਸ਼ਟਰਪਤੀ ਕੋਲ ਭੇਜਾਂਗੇ। ਸੂਤਰ ਦੱਸਦੇ ਆ ਕਿ ਪਟੀਸ਼ਨ ਦੇ ਵਿੱਚ ਤਰਕ ਇਸ ਗੱਲ ਦਾ ਦਿੱਤਾ ਗਿਆ ਹੈ ਕਿ ਭਾਰਤ ਦੇ ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਕਿਸੇ ਵੀ ਔਰਤ ਨੂੰ ਕਦੇ ਫਾਹੇ ਨਹੀਂ ਲਾਇਆ ਗਿਆ, ਕਦੇ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ। ਇਹ ਸਿਲਸਿਲਾ ਉਸ ਪਟੀਸ਼ਨ ਦੇ ਵਿੱਚ ਆਖਿਆ ਗਿਆ ਕਿ ਤੋੜਿਆ ਨਾ ਜਾਵੇ। ਸ਼ਬਨਮ ਨੇ ਦੱਸਣਾ ਬਣਦਾ ਕਿ 14 ਅਪ੍ਰੈਲ 2008, 14 ਤੇ 15 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਆਪਣੇ ਪ੍ਰੇਮੀ ਸਲੀਮ ਦੇ ਨਾਲ ਮਿਲ ਕੇ ਆਪਣੇ ਪਿਤਾ ਮਾਸਟਰ ਸ਼ੌਕਤ ਅਲੀ, ਮਾਂ ਹਾਸ਼ਮੀ, ਭਰਾ ਅਨੀਸ ਅਤੇ ਰਾਸ਼ਦ, ਭਾਬੀ ਅੰਜ਼ਮ, ਭਤੀਜੇ ਅਰਸ਼ ਅਤੇ ਭੂਆ ਦੀ ਕੁੜੀ ਰਾਬੀਆ ਦੀ ਹੱਤਿਆ ਕਰ ਦਿੱਤੀ ਸੀ। ਉਸ ਨੂੰ ਇਸ ਕਤਲੇਆਮ ਤੇ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਸ਼ਬਨਮ ਇਸ ਵਕਤ ਰਾਮਪੁਰ ਦੀ ਜੇਲ੍ਹ ਦੇ ਵਿੱਚ ਬੰਦ ਹੈ। ਇਹ ਤਾਂ ਸ਼ਬਨਮ ਆਖ ਰਹੀ ਹੈ ਕਿ ਜਿਹੜੀ ਇਹ ਰੀਤ ਚੱਲੀ ਆ ਰਹੀ ਹੈ ਕਿ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਕਦੇ ਵੀ ਕਿਸੇ ਔਰਤ ਨੂੰ ਫਾਂਸੀ ਨਹੀਂ ਦਿੱਤੀ ਗਈ, ਇਸ ਰੀਤ ਨੂੰ ਤੋੜਿਆ ਨਾ ਜਾਵੇ। ਇੱਕ ਵਾਰ ਫਿਰ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾ ਰਹੀ ਹੈ। ਤੇ ਦੂਸਰੇ ਪਾਸੇ ਫਾਂਸੀ ਦੀ ਸਜ਼ਾ ਤੈਅ ਹੋਣ ਤੋਂ ਬਾਅਦ ਸ਼ਬਨਮ ਅਤੇ ਸਲੀਮ ਨੇ ਰਾਸ਼ਟਰਪਤੀ ਦੇ ਸਾਹਮਣੇ ਜਿਹੜੀ ਪਟੀਸ਼ਨ ਪਾਈ ਸੀ ਉਹ ਤਾਂ ਖਾਰਜ ਹੋ ਚੁੱਕੀ ਹੈ। ਹਾਲਾਂਕਿ ਸ਼ਬਨਮ ਅਤੇ ਸਲੀਮ ਨੂੰ ਫਾਂਸੀ ਕਿਹੜੇ ਦਿਨ ਦਿੱਤੀ ਜਾਣੀ ਹੈ
ਕੋਈ ਤਰੀਕ ਵੀ ਤੈਅ ਨਹੀਂ ਹੋਈ। ਉੱਥੇ ਹੀ ਦੂਸਰੇ ਪਾਸੇ ਹੁਣ ਸ਼ਬਨਮ ਦੇ 13 ਵਰ੍ਹਿਆਂ ਦੇ ਪੁੱਤ ਤਾਜ ਨੇ ਰਾਸ਼ਟਰਪਤੀ ਦੇ ਨਾਮ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਉਸਨੇ ਆਪਣੀ ਮਾਂ ਸ਼ਬਨਮ ਲਈ ਮੁਆਫੀ ਦੀ ਗੁਹਾਰ ਲਾਈ ਹੈ। ਸ਼ਬਨਮ ਦੇ ਪੁੱਤ ਤਾਜ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਰਾਸ਼ਟਰਪਤੀ ਅੰਕਲ ਜੀ, ਮੇਰੀ ਮਾਂ ਨੂੰ ਮੁਆਫ ਕਰ ਦਿਓ। ਸ਼ਬਨਮ ਦੇ ਪੁੱਤ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਗੁਹਾਰ ਲਾਈ ਹੈ ਕਿ ਉਸ ਦੀ ਮਾਂ ਦੇ ਗੁਨਾਹ ਮੁਆਫ ਕਰ ਦਿੱਤੇ ਜਾਣ। ਤਾਜ ਨੇ ਭਾਵਕ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਸ ਦੀ ਮਾਂ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਉਹ ਦੁਨੀਆ 'ਚ ਇਕੱਲਾ ਰਹਿ ਜਾਏਗਾ। ਤਾਜ ਨੇ ਕਿਹਾ ਕਿ ਉਸ ਦੀ ਵੱਡੀ ਮੰਮੀ ਉਸ ਨੂੰ ਬਹੁਤ ਪਿਆਰ ਕਰਦੀ ਹੈ। ਉਹ ਜਦੋਂ ਜੇਲ੍ਹ 'ਚ ਉਸ ਨੂੰ ਮਿਲਣ ਗਿਆ ਤਾਂ ਉਸ ਨੂੰ ਗਲੇ ਲਾ ਕੇ ਉਸਨੇ ਧਾਹਾਂ ਮਾਰੀਆਂ, ਰੋਈ ਸੀ। ਦੱਸਣਾ ਬਣਦਾ ਕਿ ਤਾਜ ਇਸ ਵਕਤ 6ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਨੂੰ ਇੱਕ ਜੋੜੇ ਨੇ ਗੋਦ ਵੀ ਲਿਆ ਹੋਇਆ ਹੈ। ਤਾਜ ਇਸ ਜੋੜੇ ਨੂੰ ਛੋਟੀ ਮੰਮੀ ਅਤੇ ਛੋਟੇ ਪਾਪਾ ਕਹਿ ਕੇ ਬੁਲਾਉਂਦਾ ਹੈ, ਜਦੋਂ ਕਿ ਸ਼ਬਨਮ ਨੂੰ ਵੱਡੀ ਮੰਮੀ ਦੱਸਦਾ ਹੈ। ਹਾਲ ਹੀ ਵਿੱਚ ਜਦੋਂ ਤਾਜ ਸ਼ਬਨਮ ਨੂੰ ਮਿਲਣ ਗਿਆ ਸੀ ਤਾਂ ਉਸਨੇ ਆਪਣੇ ਪੁੱਤ ਨੂੰ ਕਿਹਾ ਸੀ ਕਿ ਉਹ ਖੂਬ ਪੜ੍ਹਾਈ ਕਰੇ, ਇੱਕ ਚੰਗਾ, ਇੱਕ ਨੇਕ ਇਨਸਾਨ ਬਣੇ। ਤਾਜ ਨੂੰ ਗਲੇ ਲਗਾ ਕੇ ਸ਼ਬਨਮ ਕਾਫੀ ਦੇਰ ਤੱਕ ਰੋਂਦੀ ਰਹੀ ਸੀ। ਸ਼ਬਨਮ ਨੇ ਤਾਜ ਨੂੰ ਇਹ ਵੀ ਕਿਹਾ ਸੀ ਕਿ ਉਹ ਕਦੇ ਮੈਨੂੰ ਯਾਦ ਨਾ ਕਰੇ, ਕਿਉਂਕਿ ਉਹ ਚੰਗੀ ਨਹੀਂ ਹੈ, ਉਹ ਚੰਗੀ ਮੰਮੀ ਨਹੀਂ ਹੈ। ਹੁਣ ਦੇਖਦੇ ਹਾਂ ਕਿ ਸ਼ਬਨਮ ਦੀ ਦੁਬਾਰਾ ਪਾਈ ਗਈ ਪਟੀਸ਼ਨ ਦੇ ਉੱਤੇ ਰਾਸ਼ਟਰਪਤੀ ਕੀ ਫੈਸਲਾ ਲੈਂਦੇ ਹੈ। ਸ਼ਬਨਮ ਦੇ 6ਵੀਂ ਜਮਾਤ ਵਿੱਚ 13 ਵਰ੍ਹਿਆਂ ਦੇ ਪੜ੍ਹਦੇ ਪੁੱਤ ਤਾਜ ਦੀ ਇਸ ਪਟੀਸ਼ਨ ਦੇ ਉੱਤੇ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਹੈ। ਪਰ ਪਤਾ ਲੱਗਿਆ ਕਿ ਪਵਨ ਨਾਂ ਦਾ ਜਲਾਦ ਉਹ ਜੇਲ੍ਹ ਦਾ ਦੌਰਾ ਵੀ ਕਰਾਇਆ ਅਤੇ ਬਿਹਾਰ ਦੇ ਵਿੱਚੋਂ 2 ਫਾਂਸੀ ਵਾਲੀਆਂ ਰੱਸੀਆਂ ਵੀ ਮੰਗਵਾ ਲਈਆਂ ਗਈਆਂ ਨੇ। ਸੋ ਹੁਣ ਫੈਸਲੇ ਦੀ ਉਡੀਕ ਹੈ ਕਿ ਕਦੋਂ ਅਗਲਾ ਫੈਸਲਾ ਫਾਂਸੀ ਵਾਲਾ ਜਾਂ ਫਿਰ ਉਸ ਦੀ ਰਹਿਮ ਦੀ ਪਟੀਸ਼ਨ ਮੰਨ ਲਈ ਜਾਂਦੀ ਹੈ, ਇਹ ਸਮਾਂ ਦੱਸੇਗਾ। ਪਰ ਇਸੇ ਤਰ੍ਹਾਂ ਦਾ ਇੱਕ ਫੈਸਲਾ ਹੋਰ ਹੈ। ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਗਗੋਈ ਸਾਹਿਬ ਦੇ ਖਿਲਾਫ ਇੱਕ ਕੇਸ ਚੱਲ ਰਿਹਾ ਸੀ। ਕੇਸ ਬੜਾ ਨਾਜ਼ੁਕ ਸੀ ਪਰ ਬੰਦ ਕਰ ਦਿੱਤਾ, ਜਾਂਚ ਵੀ ਬੰਦ ਕਰ ਦਿੱਤੀ। ਭਾਰਤ ਦੀ ਸੁਪਰੀਮ ਕੋਰਟ ਨੇ ਭਾਰਤ ਦੇ ਵਿੱਚ ਵੀਰਵਾਰ ਨੂੰ ਭਾਰਤ ਦੇ ਸਾਬਕਾ ਮੁੱਖ ਜੱਜ ਰੰਜਨ ਗਗੋਈ ਨੂੰ ਕਥਿਤ ਤੌਰ ਤੇ ਸਰੀਰਕ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਫਸਾਉਣ ਦੀ ਯੋਜਨਾ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਸੀ, ਉਹ ਜਾਂਚ ਵੀ ਖੁਦ ਨੋਟਿਸ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਸ਼ੁਰੂ ਕੀਤੀ ਸੀ। ਉਹ ਜਾਂਚ ਪ੍ਰਕਿਰਿਆ ਬੰਦ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ। ਮਾਣਯੋਗ ਜੱਜ ਸੰਜੇ ਕਿਸ਼ਨ ਕੌਲ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਲਗਭਗ 2 ਸਾਲ ਬੀਤ ਗਏ ਹੈ। ਜਾਂਚ ਲਈ ਇਲੈਕਟ੍ਰੋਨਿਕ ਰਿਕਾਰਡ ਹਾਸਲ ਕਰਨ ਦੀ ਸੰਭਾਵਨਾ ਘੱਟ ਹੈ। ਖੁਦ ਨੋਟਿਸ ਨਾਲ ਸ਼ੁਰੂ ਕੀਤੀ ਗਈ ਜਾਂਚ ਪ੍ਰਕਿਰਿਆ ਬੰਦ ਕਰਦਿਆਂ ਹੋਇਆ ਸੁਪਰੀਮ ਕੋਰਟ ਨੇ ਕਿਹਾ ਕਿ ਸਾਬਕਾ ਜੱਜ ਗਗੋਈ ਦੇ ਵਿਰੁੱਧ ਸਰੀਰਕ ਸ਼ੋਸ਼ਣ ਮਾਮਲੇ ਦੀ ਅੰਦਰੂਨੀ ਜਾਂਚ ਪਹਿਲਾਂ ਹੀ ਪੂਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਵਕਤ ਸੁਪਰੀਮ ਕੋਰਟ ਦੇ ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਪੈਨਲ ਨੇ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਹੈ। ਬੈਂਚ 'ਚ ਜੱਜ AS ਬੋਪੰਨਾ ਅਤੇ ਜੱਜ ਵੀ ਰਾਮਾ ਸੁਬਰਾਮਨੀਅਮ ਵੀ ਸ਼ਾਮਲ ਸਨ। ਇਸ ਬੈਂਚ ਨੇ ਕਿਹਾ ਕਿ ਜੱਜ AK ਪਟਨਾਇਕ ਪੈਨਲ ਯੋਜਨਾ ਦੀ ਜਾਂਚ ਲਈ WhatsApp ਮੈਸੇਜ ਵਰਗੇ ਇਲੈਕਟ੍ਰੋਨਿਕ ਰਿਕਾਰਡ ਪ੍ਰਾਪਤ ਨਹੀਂ ਕਰ ਸਕਿਆ। ਇਸ ਲਈ ਖੁਦ ਨੋਟਿਸ ਦੇ ਨਾਲ ਸ਼ੁਰੂ ਕੀਤੀ ਗਏ ਮਾਮਲੇ ਨੂੰ, ਇਸ ਜਾਂਚ ਨੂੰ ਅੱਗੇ ਵਧਾਉਣ ਦਾ ਕੋਈ ਉਦੇਸ਼ ਨਹੀਂ ਤੇ ਨਾ ਹੀ ਇਹ ਉਦੇਸ਼ ਪੂਰਾ ਹੋਏਗਾ। ਸੁਪਰੀਮ ਕੋਰਟ ਦੇ ਖੁਫੀਆ ਬਿਊਰੋ ਦੇ ਡਾਇਰੈਕਟਰ ਦੀ ਚਿੱਠੀ ਦਾ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜੱਜ ਗਗੋਈ ਨੇ ਅਸਾਮ ਦੇ ਵਿੱਚ NRC ਸਮੇਤ ਕਈ ਹੋਰ ਮੁਸ਼ਕਲ ਫੈਸਲੇ ਸੁਣਾਏ ਸੀ, ਇਸ ਲਈ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੱਜ ਪਟਨਾਇਕ ਦੇ ਹਵਾਲੇ ਤੋਂ ਬੈਂਚ ਨੇ ਕਿਹਾ ਹੈ ਕਿ ਇਹ ਮੰਨਣ ਦੇ ਠੋਸ ਕਾਰਨ ਨੇ ਕਿ ਸਾਬਕਾ ਮੁੱਖ ਜੱਜ ਗਗੋਈ ਨੂੰ ਫਸਾਉਣ ਦੀ ਹੀ ਕੋਸ਼ਿਸ਼ ਕੀਤੀ ਗਈ ਸੀ। ਦੱਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਦੀ ਇੱਕ ਸਾਬਕਾ ਮਹਿਲਾ ਕਰਮੀ ਨੇ ਸਾਬਕਾ ਚੀਫ ਜਸਟਿਸ ਗਗੋਈ ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਸੀ ਅਤੇ ਇਹ ਔਰਤ 2018 ਵਿੱਚ ਜਸਟਿਸ ਗਗੋਈ ਦੇ ਘਰ ਬਤੌਰ ਕੋਰਟ ਅਸਿਸਟੈਂਟ ਦੇ ਤੌਰ ਤੇ ਤੈਨਾਤ ਸੀ ਅਤੇ ਬਾਅਦ ਦੇ ਵਿੱਚ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ। ਪਰ ਹੁਣ ਇਹ ਜਾਂਚ ਪੜਤਾਲ ਸਾਬਕਾ ਮੁੱਖ ਜੱਜ ਦੇ ਖਿਲਾਫ ਬੰਦੀ ਕਰ ਦਿੱਤੀ ਗਈ ਹੈ। ਤੇ ਅਗਲੀ ਖਬਰ ਸਰੀ ਦੀ ਹੈ। ਕੱਲ ਤੁਹਾਡੇ ਨਾਲ ਸਰੀ ਦੇ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਹੋਈ ਸੀ, ਉਹ ਖਬਰ ਸਾਂਝੀ ਕੀਤੀ ਸੀ ਕਿ ਆਹ ਜਿਹੜੀ ਅਗਲੀ ਖਬਰ ਵੀ ਲਗਭਗ ਇਸੇ ਤਰ੍ਹਾਂ ਕਤਲੇਆਮ ਦੀ ਖਬਰ ਹੈ। ਸਰੀ ਦੇ ਵਿੱਚੋਂ ਖਬਰ ਮਿਲ ਰਹੀ ਹੈ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਰੀ RCMP ਦੇ ਮੁਤਾਬਕ ਬੁੱਧਵਾਰ ਦੀ ਰਾਤ ਨੂੰ ਤਕਰੀਬਨ 8 ਵਜੇ ਪੈਨੋਰਾਮਾ ਰਿਜ, ਜਿੱਥੇ ਅਮੀਰ ਘਰਾਣੇ ਵਸਦੇ ਹੈ, ਚੰਗੇ ਵੱਡੇ
महल लोगों ने बनाए हुए है। पैनोरामा रिज इलाके दे विच 5500 ब्लॉक ਅਤੇ 125 स्ट्रीट के उत्ते एक घर दे विच एक हमले की रिपोर्ट मिली। पुलिस नूं एक गंभीर हालत विच उस घर दे विचों एक जख्मी हालत विच आदमी मिलिया। कोशिशों के बावजूद भी उस आदमी नूं बचाया नहीं जा सकिया। जख्मां की ताब ना झलदा होया वो व्यक्ति दम तोड़ गया। जानकारी अनुसार पीड़ित ते हमलावर एक दूसरे नूं जाणदे सी, पर होर वेरवे जनतक तौर पर साझे नहीं किए गए। पर साडे भरोसेयोग सूत्रां ने दस्सिया कि मरण वाला व्यक्ति पंजाबी मूल का व्यक्ति है। हमला करने वाला कोई होर नहीं सगों इस व्यक्ति का पुत सी। भाव हमलावर अते मृतक व्यक्ति आपस दे विच प्यो पुत ने। कहण दा भाव पुत ने अपने बाप ते हमला किया, जिस कारण पंजाबी भाईचारे विच एक नामवर व्यक्ति जिहड़ा सिख सफ़ां दे विच भी जाणिया पहचानिया व्यक्ति सी, देव बसरा उन्हां दा नाम दस्सिया जा रहा है, उन्हां दी मौत हो गई है। इंटैग्रेटेड होमोसाइड इन्वेस्टिगेशन टीम भाव आई हिट इस मामले की जांच कर रही है। आई हिट सरी RCMP का संगीन जुर्मां दे नाल नजिठण वाला एक दस्ता है। आई हिट ने इस नूं अपने हत्थां विच लै लिया ते इहदी जांच की जा रही है, पर अपने आप दे विच इह निंदणयोग घटना है। भावें इस गल का पता तो नहीं लग सकिया कि प्यो पुत का तकरार किस मामले नूं लैके होया, पर पुत वल्लों प्यो का कुटमार करके इस तरह कतल किए जाना अपने आप दे विच हैरानीजनक भी है, निंदणयोग भी है। पर खबर यह भी मिल रही है कि उस व्यक्ति नूं जिन्हां ने अपने बाप की जान लै लई है, पुलिस ने गिरफ्तार कर लिया। हुण वेखदे हां कि आउण वाले दिनां विच इस लड़ाई का इस तकरार का कारण की लभदा है। अगली खबर भी लगभग इस तरह दी, पर है पंजाब के फरीदकोट जिले की। फरीदकोट दे विचों पता लग रहा है कि उत्थों के विधायक कुशलदीप ढिल्लों के नज़दीकी दोस्त सन 34 वरियां दे गुरलाल भुल्लर, जिहड़े गुरलाल भलवान के नाम नाल मशहूर सन। फरीदकोट की संघनी आबादी विच दिन दिहाड़े मोटरसाइकिल ते आए व्यक्तियों वालों गोलियां मार के उन्हों का कतल किया गया है। जानकारी मिल रही है कि मृतक गुरलाल सिंह, जिसनों भलवान आख्या जाता सी, मैंबर जिला परिषद अते यूथ कांग्रेस के भी जिला प्रधान सन। जानकारी के अनुसार जदों वो फरीदकोट के जुबली चौक तो थोड़ी दूरी ते एक आइड्स सेंटर के विचों बाहर निकल रहे सी, आउंदे आउंदे अपनी कार का दरवाजा खोलदे ते कार दे विच बैठण लगदे ते मोबाइल उन्हां दे हत्थ विच है, तां 2 मोटरसाइकिलों ते सवार 4 हमलावर आउंदे है। वो गुरलाल दे उपर गोलियां दी वाछड़ करदे है। घटना स्थान ते एकत्र होए लोकां ने दस्सिया है कि गुरलाल नूं जख्मी हालत विच तुरंत गुरु गोबिंद सिंह मैडिकल हस्पताल फरीदकोट दे विच पहुंचा भी दिता गया, पर डॉक्टरां ने उन्हां नूं मृतक ऐलान दिता। घटना की सूचना मिलदियां फरीदकोट दे विच पुलिस की चौकसी भी वधा दी गई। उच्च अधिकारी भी घटना स्थान का जायजा लैण दे वास्ते पहुंचे। हस्पताल दे विच अगलेरी कार्रवाई वास्ते भी पहुंचे। पुलिस ने घटना स्थान तो कुछ खाली खोख भी बरामद किए ने, जिस तो अंदाजा लाया जा सकता है कि हमलावरां ने गुरलाल भलवान ते एक नहीं सगों 7-8 गोलियां चलाईयां। मृतक के दोस्त और यूथ कांग्रेस के बुलारे बलकਰਨ सिंह नंगल के मुताबक गुरलाल भलवान अपनी पत्नी ਅਤੇ 2 मासूम बच्चों समेत समुचे परिवार नूं ਅਤੇ दोस्तां नूं रोंदियां विलकदियां छड्ड गया। गुरलाल सिंह फरीदकोट के ग्रीन एवन्यू का रहने वाला सी ਅਤੇ अपने मापियां का इकलौता पुत्र सी। यह भी पता लग्या है कि उसका कारोबार कुछ समय तो विवादां विच घिरिया होया सी। इस संबंधी SSP स्वरनदीप सिंह ने दस्सिया कि घटना स्थान के नेड़े लगे कैमरिਆਂ की फुटेज कढवा के हत्यारियां की भाल आरंभ दी गई है। उन्होंने दस्सिया कि अणपछाते हत्यारियां के खिलाफ कतल दीआं धारावां के तहत मामला भी दर्ज किया जा चुका है। दसना बनता है कि गुरलाल सिंह भुल्लर उर्फ गुरलाल भलवान नूं पुलिस ने पहलां सुरक्षा भी दी हुई सी, पर कुछ समा पहलां ही पुलिस प्रशासन ने उन्हां दी सुरक्षा वापस लै लई सी। पर अज ये गल सवालों के घेरे विच है। जेकर पुलिस प्रशासन ने उन्होंने पहलां सुरक्षा दी हुई सी, जे अज भलवान दे नाल सुरक्षा होंदी कि फिर भी उन्हों का कतल हो जाता। ये सवाल लोग उठा रहे हैं। कांग्रेसी सी, कांग्रेस की सरकार है, इसके बावजूद भी प्रशासन ने उसकी सुरक्षा वापस क्यों लई, आने वाले दिनों में ये सवाल उठणगे। पर यह घटना निंदणयोग है। किसी नाल लड़ाई हो सकती है, झगड़ा हो सकता है, वखरेवें हो सकते हैं, पर कतल कर देना
कोई बहुत वड्डी मल जां जित नहीं होया करती। अगली खबर किसान संघर्ष के नाल जुड़ी खबर है। दिल्ली दे विच किसान अंदोलन चल रहा है। इस अंदोलन तो परते हलका सनौर के पिंड दौण कलां दे 47 वरियां दे मलकीत सिंह की मौत हो जाने की खबर मिली है। क्रांतिकारी किसान यूनियन के ब्लॉक प्रधान वो दस रहे हैं कि मलकीत सिंह पहला शंभू बार्डर के उत्ते भी रहा, शंभू बार्डर के उत्ते लगातार चले मोर्चे विच भी जाता रहा। शंभू बार्डर तो बाद जदों दा ये धरना दिल्ली विच चल रहा है, धरने दे विच एक वार नहीं सगों अनेकां वार मलकीत सिंह जांदे ते आउंदे रहे। बीते दिनी उन्हां दी सेहत विगड़ी। 14 फरवरी नूं वो वापस दिल्लीओं अपने घर परत आए सन, पर 18 तरीक नूं अपने घर दे विच उन्हां दी होर सेहत विगड़ी जो कि उन्हां दी मौत का कारण बन गई। सो जिन्नियां जानां हुण तक इस अंदोलन के दौरान कुर्बान होईयां ने, असीं सारियां नूं अपनी शरधा ते सत्कार भेंट करदे हां अते परमात्मा दे चरनां विच बेनती करदे हां कि विछड़ियां रूहां नूं अपने चरनां विच निवास बख्शे। सो दोस्तों, ये सन अज दीयां कुछ एक जानकारियां। उम्मीद कर रहे हैं कि तुहानूं चंगियां लगियां होणगियां। सो जेकर प्रोग्राम चंगा लग्या लाइक भी कर दिओ, शेयर भी कर दिओ, ते जेकर हाले तक तुसीं अपने इस चैनल नूं सबसक्राइब नहीं कीता, किरपा करके सबसक्राइब करके नोटिफिकेशन वाली घंटी जरूर नप लैनी। तुहाडे धन्नवादी होवांगे। ते हुण समय की समाप्ति है। जाण तो पहलां कहांगा, जिंदगी जिंदादिली दा नाम है। दविंदर सिंह बैनीपाल नूं आग्या दिओ। सत श्री अकाल ते रब राखा।